Like the video, subscribe to the channel and press the bell icon for latest video updates. ਪ੍ਰੋਫੈਸਰ ਵਿਕਰਮ ਸਿੰਘ ਦੀ ਵਿੱਤ ਨਾਲ ਕਰਵਾ ਰਹੇ ਹਾਂ ਜੋ ਕਿ ਗਵਰਨਮੈਂਟ ਕਾਲਜ ਕਪੂਰਥਲਾ ਵਿੱਚ ਸੀਨੀਅਰ ਪ੍ਰੋਫੈਸਰ ਨੇ। ਵੈਸੇ ਤਾਂ ਕਮਰਸ ਐਂਡ ਬਿਜ਼ਨਸ ਮੈਨੇਜਮੈਂਟ ਇਹਨਾਂ ਦਾ ਸਬਜੈਕਟ ਹੈਗਾ, ਪਰ ਇਹ ਕਲਚਰਲ, ਆਰਟਿਸਟਿਕ, ਹਿਸਟੋਰੀਕਲ ਤੇ ਪੋਲੀਟੀਕਲ ਐਕਟੀਵਿਟੀਜ਼ ਦੇ ਵੀ ਬਹੁਤ ਅੱਛੇ ਵਕਤਾ ਹੈਗੇ ਆ ਤੇ ਬਹੁਤ ਅੱਛੇ ਰਾਈਟਰ ਨੇ। ਅੱਜ ਅਸੀਂ ਇਹਨਾਂ ਨਾਲ ਖਾਸ ਤੌਰ ਤੇ ਗੱਲ ਕਰਨੀ, ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਹੈਗੀ ਆ, ਦਿੱਲੀ ਅੰਮ੍ਰਿਤਸਰ ਤੇ ਕਟੜਾ ਜੋ ਨੈਸ਼ਨਲ ਹਾਈਵੇ ਜਿਹੜਾ ਐਕਸਪ੍ਰੈਸ ਵੇ ਬਣ ਰਿਹਾ ਹੈਗਾ ਉਹਦੇ ਬਾਰੇ ਅਸੀਂ ਦਰਸ਼ਕਾਂ ਨੂੰ ਜਿਹੜਾ ਜਾਣਕਾਰੀ ਦੇਵਾਂਗੇ। ਇਹ ਹਾਈਵੇ ਦਾ ਕੀ ਸਿਗਨੀਫਿਕੈਂਸ ਆ ਤੇ ਥੋੜੀ ਜਿਹੀ ਕੰਟਰੋਵਰਸੀ ਇਹ ਸੀ ਵੀ ਪਹਿਲਾਂ ਅੰਮ੍ਰਿਤਸਰ ਤੋਂ ਇਹਨਾਂ ਨੇ ਨਹੀਂ ਕੱਢਣਾ ਸੀ, ਇਹ ਅੰਮ੍ਰਿਤਸਰ ਆਏਗਾ ਜਾਂ ਸਿੱਧਾ ਜਾਏਗਾ ਜਾਂ ਕਿਹੜਾ ਰੂਟ ਹੋਏਗਾ, ਸਾਰੀਆਂ ਅਸੀਂ ਇਹ ਗੱਲਾਂ ਡਿਸਕਸ ਕਰਾਂਗੇ। ਭਾਈ ਸਾਹਿਬ, ਸਾਡੇ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਆ। ਸ਼ੁਕਰੀਆ ਜੀ। ਸਭ ਤੋਂ ਪਹਿਲਾਂ ਮੈਨੂੰ ਦੱਸੋ, ਇਹ ਜਿਹੜਾ ਐਕਸਪ੍ਰੈਸ ਹਾਈਵੇ ਹੈ ਦਿੱਲੀ ਅੰਮ੍ਰਿਤਸਰ ਕਟੜਾ, ਇਹਦਾ ਇਤਿਹਾਸਕ ਪਿਛੋਕੜ ਕੀ ਹੈਗਾ, ਕਿਉਂ ਇਹ ਕਨਸੀਵ ਕੀਤਾ ਗਿਆ ਹੈਗਾ? ਭਾਰਤ ਸਾਹਿਬ, ਜਿਹੜੇ ਐਕਸਪ੍ਰੈਸ ਵੇਜ਼ ਨੇ, ਸਾਡੀਆਂ ਜਿਹੜੀਆਂ ਆਮ ਸੜਕਾਂ ਨੇ, ਸਭ ਤੋਂ ਪਹਿਲਾਂ ਸਾਡੇ 2 ਲੇਨ ਸੜਕਾਂ ਹੁੰਦੀਆਂ ਸੀ, ਜਾਣੀ ਵਿੱਚ ਡਿਵਾਈਡਰ ਨਹੀਂ ਸੀ ਹੁੰਦਾ, 2 ਗੱਡੀਆਂ ਇੱਕ ਉਧਰ ਇੱਕ ਉਧਰ ਚੱਲਦੀਆਂ। ਜਦੋਂ ਅਸੀਂ ਛੋਟੇ ਸੀ ਉਹੀ ਸੀ, ਉਦਾਂ ਦੀ ਚੱਲਦੀਆਂ। ਹਾਂ, ਫਿਰ ਇਹ ਮਹਿਸੂਸ ਕੀਤਾ ਗਿਆ ਕਿ ਸੜਕਾਂ ਕਾਫੀ ਨਹੀਂ ਹੈ। 2000 ਦੇ ਵਿੱਚ ਭਾਰਤ ਸਰਕਾਰ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀ, ਨੈਸ਼ਨਲ ਹਾਈਵੇ ਡਿਵੈਲਪਮੈਂਟ ਪ੍ਰੋਗਰਾਮ, NHDP ਉਹਨੂੰ ਕਹਿੰਦੇ ਸੀ, ਔਰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦਾ ਗਠਨ ਕੀਤਾ ਗਿਆ, ਜਿਹੜੀ ਦੇਸ਼ ਦੇ ਵਿੱਚ ਜਿਹੜੇ ਆਵਾਜਾਈ ਦਾ ਸਿਸਟਮ ਹੈ ਉਹਨੂੰ ਸੁਧਾਰੇ। ਕਿਉਂਕਿ ਸਾਡੇ ਦੇਸ਼ ਦੀ ਸਪੀਡ ਜਿਹੜੀ ਪਰ ਆਵਰ ਆ ਉਹ ਅਮਰੀਕਾ ਵਰਗੇ ਦੇਸ਼ਾਂ ਦੇ ਮੁਕਾਬਲੇ ਜਿਹੜੀ ਆ ਉਹ ਚੌਥਾ ਹਿੱਸਾ ਵੀ ਨਹੀਂ ਸੀ। ਵੀ ਜੇ ਉੱਥੇ ਟਰੱਕ, ਇਹ ਮੇਰੇ ਖਿਆਲ ਉਦੋਂ ਵਾਜਪੇਈ ਸਾਹਿਬ ਦੀ ਸਰਕਾਰ ਸੀਗੀ। ਬਿਲਕੁਲ ਬਿਲਕੁਲ, ਹਾਂਜੀ, ਉਸ ਟਾਈਮ ਦੇ ਵਿੱਚ ਸ਼ੁਰੂ ਹੋਇਆ ਸੀ 99-2000 ਦੇ ਆਸ-ਪਾਸ। ਤੋ ਸਭ ਤੋਂ ਪਹਿਲਾਂ ਗੋਲਡਨ ਕੁਆਡਰੀਲੇਟਰ ਔਰ ਨਾਰਥ ਈਸਟ ਸਾਊਥ ਵੈਸਟ ਕੋਰੀਡੋਰ ਬਣੀਆਂ ਸੀਗੀਆਂ, ਉਹ ਕੰਪਲੀਟ ਹੋ ਗਈਆਂ। ਉਸ ਤੋਂ ਬਾਅਦ ਦੇ ਵਿੱਚ ਆਪਾਂ ਹੁਣ ਜਲਦੀ ਆ ਜਾਈਏ ਕਿ ਪਿਛਲੇ ਸਮੇਂ ਦੇ ਵਿੱਚ ਐਕਸਪ੍ਰੈਸ ਵੇਜ਼ ਦਾ ਇੱਕ ਨਵਾਂ ਕਨਸੈਪਟ ਆਇਆ। ਪਹਿਲੇ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਹੈ। ਐਕਸਪ੍ਰੈਸ ਵੇ ਹੁੰਦਾ ਕਿ ਉੱਥੇ ਹਰ ਜਗ੍ਹਾ ਤੋਂ ਕੋਈ ਬੰਦਾ ਇਹਦੇ ਉੱਤੇ ਨਹੀਂ ਚੜ੍ਹ ਸਕਦਾ। ਜਿਵੇਂ ਆਪਾਂ ਮੌਜੂਦਾ ਸੜਕਾਂ ਦੇ ਵਿੱਚ ਹਰ ਜਗ੍ਹਾ ਜਿੱਥੋਂ ਮਰਜ਼ੀ ਚੜ੍ਹ ਜਾਓ, ਜਿੱਥੋਂ ਮਰਜ਼ੀ ਉਤਰ ਜਾਓ, ਉਹ ਐਕਸੈਸ ਕੰਟਰੋਲਡ ਹਾਈਵੇਜ਼ ਹੁੰਦੇ ਆ। ਔਰ ਸਭ ਤੋਂ ਪਹਿਲਾਂ ਇੰਡੀਆ ਦੇ ਵਿੱਚ 2 ਐਕਸਪ੍ਰੈਸ ਵੇ ਬਣੇ ਸੀਗੇ ਪੁਰਾਣੇ। 2002 ਦੇ ਵਿੱਚ ਬੰਬੇ ਪੂਨਾ ਐਕਸਪ੍ਰੈਸ ਵੇ ਬਣਿਆ ਸੀ, ਔਰ ਗੁਜਰਾਤ ਦੇ ਵਿੱਚ ਬਣਿਆ ਸੀਗਾ ਅਹਿਮਦਾਬਾਦ ਆਨੰਦ ਬੜੌਦਾ ਐਕਸਪ੍ਰੈਸ ਵੇ, ਯਾਨੀ ਜਿਹੜੇ ਐਕਸੈਸ ਪੁਰਾਣੇ ਸੀ। 2002 ਦੇ ਵਿੱਚ ਬੰਬੇ ਪੂਨਾ ਐਕਸਪ੍ਰੈਸ ਵੇ ਕੰਪਲੀਟ ਹੋ ਗਿਆ ਸੀ, ਔਰ 5-6 ਦੇ ਵਿੱਚ ਜਾ ਕੇ ਜਿਹੜਾ ਅਹਿਮਦਾਬਾਦ ਆਨੰਦ ਬੜੌਦਾ ਐਕਸਪ੍ਰੈਸ ਵੇ ਕੰਪਲੀਟ ਹੋਇਆ ਸੀ। ਇਹ ਜਿਹੜੇ ਹੁੰਦੇ ਆ ਨਾ, ਹਰ ਜਗ੍ਹਾ ਤੋਂ ਤੁਸੀਂ ਐਂਟਰੀ ਨਹੀਂ ਲੈ ਸਕਦੇ, ਹਰ ਜਗ੍ਹਾ ਤੋਂ ਐਗਜ਼ਿਟ ਨਹੀਂ ਲੈ ਸਕਦੇ। ਰੀਸੈਂਟ ਜਿਹੜਾ ਸਭ ਤੋਂ ਇਹਦੀ ਐਗਜ਼ਾਮਪਲ ਹੈ ਉਹ ਹੈ ਤਾਜ ਐਕਸਪ੍ਰੈਸ ਵੇ, ਜਿਹੜਾ ਦਿੱਲੀ ਤੋਂ ਆਗਰਾ ਤੱਕ ਸ਼ਾਇਦ ਬਣਿਆ। ਹਾਂਜੀ ਹਾਂਜੀ। ਤੋ ਇਸੇ ਕਨਸੈਪਟ ਦੇ ਉੱਤੇ ਹਿੰਦੁਸਤਾਨ ਦੇ ਵਿੱਚ 50 ਕੋਰੀਡੋਰਸ ਆਇਡੈਂਟੀਫਾਈ ਕੀਤੀਆਂ ਸੀ ਸਰਕਾਰ ਨੇ, ਔਰ 2 ਬੜੇ ਤਕੜੇ ਉਹਨਾਂ ਦੇ ਵਿੱਚ ਅੱਛੇ ਪ੍ਰੋਜੈਕਟ ਸੀਗੇ। ਜਿਹੜਾ ਇੱਕ ਸੀ ਦਿੱਲੀ ਬੰਬੇ ਐਕਸਪ੍ਰੈਸ ਵੇ, ਔਰ ਦੂਸਰਾ ਜੀ ਤੁਸੀਂ ਗੱਲ ਕਰ ਰਹੇ ਹੋ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ, ਜਿਹੜਾ 2016 'ਚ ਅਨਾਉਂਸ ਕੀਤਾ ਸੀਗਾ। ਹਾਂਜੀ। ਤੋ ਇਤਿਹਾਸਿਕ ਪਿਛੋਕੜ ਇਹਦਾ ਇਹ ਹੈ। ਉਸ ਤੋਂ ਬਾਅਦ ਦੇ ਵਿੱਚ ਇਹਦੇ ਤੇ ਕੰਮ ਸ਼ੁਰੂ ਹੋ ਗਿਆ, ਸਾਰਾ ਕੁਛ ਜਿਹੜਾ ਪਿਛਲੇ ਸਮੇਂ ਤੱਕ ਹੋ ਗਿਆ। ਔਰ ਰੀਸੈਂਟਲੀ ਕਿਉਂਕਿ ਸਰਕਾਰ ਨੇ ਇਹਦੀਆਂ ਡਰਾਇੰਗਸ ਵਗੈਰਾ ਜਾਰੀ ਕਰ ਦਿੱਤੀਆਂ, ਤਾਂ ਜਦੋਂ ਉਹ ਇਨਵਾਇਰਮੈਂਟ ਮਿਨਿਸਟਰੀ ਤੋਂ ਪ੍ਰਵਾਨਗੀ ਲੈਣ ਲਈ ਉਹ ਕੀਤੀਆਂ, ਤਾਂ ਉੱਥੇ ਫਿਰ ਇਤਰਾਜ਼ ਇਸ ਗੱਲ ਦਾ ਸ਼ੁਰੂ ਹੋ ਗਿਆ। ਗੱਲ ਸਾਹਮਣੇ ਆਈ ਕਿ ਅੰਮ੍ਰਿਤਸਰ ਦੇ ਵਿੱਚੋਂ ਬਾਹਰ ਰਹਿ ਗਿਆ, ਮਤਲਬ ਐਕਸਕਲੂਡਡ ਆ। ਹਾਂਜੀ, ਕਿਉਂਕਿ ਉਹਨਾਂ ਡਰਾਇੰਗਸ ਦੇ ਮੁਤਾਬਿਕ ਇਹ ਮਤਲਬ ਉਹ ਜੋ ਜਿਹੜੇ ਨਿਤਿਨ ਗਡਕਰੀ ਹੈਗੇ ਮਿਨਿਸਟਰ ਨੇ ਸੈਂਟਰਲ ਗਵਰਨਮੈਂਟ ਦੇ ਸਰਫੇਸ ਟਰਾਂਸਪੋਰਟ ਦੇ, ਉਹਨਾਂ ਨੇ ਵੀ ਕਲੈਰੀਫਾਈ ਕੀਤਾ ਸੀ ਕਿ ਇਹ ਜਿਹੜਾ ਹਾਈਵੇ ਆ ਇਹਨੂੰ ਅਸੀਂ ਜਿਹੜਾ ਮੌਜੂਦਾ ਜਲੰਧਰ ਅੰਮ੍ਰਿਤਸਰ ਹਾਈਵੇ ਆ ਉਹਦੇ ਨਾਲ ਕਰਤਾਰਪੁਰੋਂ ਜੋੜ। ਅੱਛਾ ਜੀ, ਠੀਕ ਹੈ ਜੀ, ਠੀਕ ਹੈ। ਚਲੇ ਜਾਂਦਾ ਹੈ ਔਰ ਉੱਥੋਂ ਗਾਂ ਨੇ। ਹਾਂਜੀ ਹਾਂਜੀ। ਤੋ ਇਸ ਕਰਕੇ ਇਹ ਜਿਹੜੀ ਕੰਟਰੋਵਰਸੀ ਸੀ ਉਹ ਸ਼ੁਰੂ ਹੋਈ ਜੀ ਕਿ ਅੰਮ੍ਰਿਤਸਰ ਦੇ ਵਿੱਚੋਂ ਬਾਹਰ ਰੱਖਿਆ ਗਿਆ, ਜਦਕਿ ਨਾ ਜਿਹੜਾ ਇਹਦਾ ਅੰਮ੍ਰਿਤਸਰ ਬੜਾ ਮਤਲਬ ਸਾਡਾ ਰਿਲੀਜੀਅਸ ਸ਼ਹਿਰ ਹੈਗਾ, ਗੋਲਡਨ ਟੈਂਪਲ ਆ, ਹਰ ਇੱਕ ਸਿੱਖ ਦੀਆਂ ਉਹਦੇ ਨਾਲ ਹੀ, ਉਹ ਹਿੰਦੂ ਦੀ ਵੀ ਆਸਥਾ ਜੁੜੀ ਹੋ ਹੈਗੀ ਆ। ਉਹ ਪਹਿਲੇ ਫੇਜ਼ ਵਿੱਚ ਪਲੈਨਿੰਗ ਸਟੇਜ ਤੇ ਕਿਉਂ ਐਕਸਕਲੂਡ ਹੋ ਗਿਆ? ਅਸਲ ਦੇ ਵਿੱਚ ਜੋ ਐਗਜ਼ੈਕਟ ਤਾਂ
ਉਹਦੀਆਂ ਜਿਹੜੀਆਂ ਪੁਰਾਣਾ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਬਿਆਨ ਆਏ ਜਾਂ ਉਹਦੀ ਕੋਈ ਮਤਲਬ ਅਫੀਸ਼ੀਅਲ ਰਿਕਾਰਡ ਉਪਲਬਧ ਨਹੀਂ ਹੈ ਕਿ ਸ਼ੁਰੂਆਤੀ ਦੌਰ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਇਹਦੀ ਜਿਹੜੀ ਅਲਾਈਨਮੈਂਟ ਹੋਏਗੀ ਉਹ ਹੋਏਗੀ ਮਤਲਬ ਹਰਿਆਣੇ ਦੇ ਵਿੱਚੋਂ ਆ ਕੇ ਬਰਨਾਲਾ, ਮੋਗਾ ਔਰ ਤਰਨਤਾਰਨ ਔਰ ਅੰਮ੍ਰਿਤਸਰ ਇੱਧਰ ਦੀ ਲੰਘੇਗਾ। ਪਰ ਉਹ ਜਦੋਂ ਹੁਣ ਹੋ ਸਕਦਾ ਉਹਨਾਂ ਨੇ ਫਿਜ਼ੀਬਿਲਿਟੀ ਸਟੱਡੀ ਕੀਤੀ ਔਰ ਉਹਨਾਂ ਨੇ ਸ਼ਾਰਟੈਸਟ ਡਿਸਟੈਂਸ ਲੈਣਾ, ਜਾਨੀ ਜਿਹੜਾ ਬਿਲਕੁਲ ਸਿੱਧਾ ਪੈਂਦਾ ਹੈ, ਬਿਲਕੁਲ ਸਿੱਧਾ, ਤਾਂ ਕਿ ਪ੍ਰੋਪਰ ਰਹੇ ਨਾ ਮਤਲਬ। ਹਾਂਜੀ ਹਾਂਜੀ, ਤਾਂ ਕਿ ਦੂਰੀ ਜਿਹੜੀ ਆ ਉਹ ਘੱਟ ਤੋਂ ਘੱਟ ਹੋਏ, ਕਿਉਂਕਿ ਇਹ ਸ਼ੁਰੂ ਹੁੰਦਾ ਆ ਜਿਹੜਾ ਮਤਲਬ ਦਿੱਲੀ ਪੈਰੀਫਰਲ ਰੋਡ ਹੈ, ਉੱਥੇ ਕੁੰਡਲੀ ਮਾਨਸਰ ਪਲਵਲ ਦਿੱਲੀ ਹਰਿਆਣਾ ਬਾਰਡਰ ਦੇ ਉੱਤੇ ਕੁੰਡਲੀ ਨਾਮ ਦੀ ਜਗ੍ਹਾ ਆ, ਜਿੱਥੋਂ ਕੁੰਡਲੀ ਮਾਨਸਰ ਪਲਵਲ ਐਕਸਪ੍ਰੈਸਵੇ ਸ਼ੁਰੂ ਹੁੰਦਾ, ਉੱਥੇ ਪਿੰਡ ਹੈ ਉੱਥੇ ਜਸੌਰ ਖੇੜੀ, ਉੱਥੋਂ ਸ਼ੁਰੂ ਹੁੰਦਾ ਹੈ। ਹਾਂਜੀ ਹਾਂਜੀ, ਉੱਥੋਂ ਲੈ ਕੇ ਤੇ ਗੁਰਦਾਸਪੁਰ ਤੱਕ ਦੀ ਜਿਹੜੀ ਟੋਟਲ ਦੂਰੀ 397 ਕਿਲੋਮੀਟਰ ਬਣਦੀ ਜਿਹੜੀ। ਹਾਂਜੀ, ਤੇ ਜਿੱਥੋਂ ਇਹ ਸ਼ੁਰੂ ਹੋਣਾ ਉੱਥੋਂ 35 ਕਿਲੋਮੀਟਰ ਦਿੱਲੀ 에ਅਰਪੋਰਟ ਹੈ, ਯਾਨੀ ਗੁਰਦਾਸਪੁਰ ਤੋਂ ਟੋਟਲ ਦੂਰੀ ਜੇ ਆਪਾਂ ਲਾਈਏ ਤੇ 432 ਕਿਲੋਮੀਟਰ ਬਣਦੀ ਹੈ ਔਰ ਲਗਭਗ 425 ਦੇ ਕਰੀਬ ਅੰਮ੍ਰਿਤਸਰ ਤੋਂ ਬਣਦੀ ਹੈ, ਜਿਹੜੀ ਇਸ ਵੇਲੇ 480 ਤੋਂ ਉੱਤੇ ਹੈ, ਯਾਨੀ ਇਹਦੇ ਨਾਲ ਵੀ 60-65 ਕਿਲੋਮੀਟਰ ਜਿਹੜੇ ਆ ਸੇਵ ਹੁੰਦੇ ਆ। ਪਰ ਕਿਉਂਕਿ ਜਦੋਂ ਪੋਲੀਟੀਕਲ ਹੋ ਗਿਆ ਔਰ ਇਸ ਚੀਜ਼ ਨੇ ਵੀ ਹੋਇਆ ਕਿ ਅੰਮ੍ਰਿਤਸਰ ਨੂੰ ਐਕਸਕਲੂਡ ਕਿਉਂ ਕੀਤਾ ਗਿਆ, ਤਾਂ ਹੁਣ ਇਹ ਸੁਣਨ ਦੇ ਵਿੱਚ ਆ ਰਿਹਾ ਕਿ ਇਹਦੇ ਮਤਲਬ ਜਿਹੜੀ ਓਰੀਜਨਲ ਅਲਾਈਨਮੈਂਟ ਇਹੀ ਰਹੇਗੀ, ਪਰ ਅੰਮ੍ਰਿਤਸਰ ਨੂੰ ਵੀ ਸ਼ਾਮਲ ਕੀਤਾ ਜਾਏਗਾ ਔਰ ਨਕੋਦਰ ਦੇ ਲਾਗੇ ਤੋਂ ਇੱਕ ਜਿਹੜਾ ਹੈਗਾ ਇਹਦੀ ਸ਼ਾਖ ਜਿਹੜੀ ਹੋਰ ਫੁੱਟੇਗੀ, ਜਿਹੜੀ ਸੁਲਤਾਨਪੁਰ ਲੋਧੀ, ਗੋਇੰਦਵਾਲ, ਖਡੂਰ ਸਾਹਿਬ, ਅੰਮ੍ਰਿਤਸਰ, ਇਸ ਤਰੀਕੇ ਨਾਲ ਹੋ ਕੇ ਅੰਮ੍ਰਿਤਸਰ ਵੀ ਇਹਦੇ ਵਿੱਚ ਸ਼ਾਮਲ ਹੋਏਗਾ। ਤਾਂ ਦੋ ਹਿੱਸੇ ਹੋ ਜਾਣਗੇ, ਸ਼ਾਰਟੈਸਟ ਡਿਸਟੈਂਸ ਕਿਹਾ ਜਾਏਗਾ ਔਰ ਅੰਮ੍ਰਿਤਸਰ ਸਾਹਿਬ ਜਿਹੜੇ ਉਹ ਵੀ ਵਿੱਚ ਇਨਕਲੂਡ ਹੋ ਜਾਣਗੇ। ਹਾਂਜੀ ਹਾਂਜੀ ਹਾਂਜੀ, ਹਾਂਜੀ, ਤੇ ਤੂੰ ਉਧਰ ਕਰਨਾ, ਮੈਂ ਰਿਕਾਰਡਿੰਗ ਕਰ ਰਿਹਾ ਮੰਮਾ ਵਾਲੇ ਫੋਨ ਤੇ। ਨਹੀਂ ਨਹੀਂ, ਚੱਲਦਾ ਚੱਲਦਾ ਚੱਲਦਾ, ਇਹਨੂੰ ਬੰਦ ਕਰ ਦੇ ਇੱਧਰੋਂ ਫੋਨ। ਹਾਂ, ਉੱਧਰੋਂ ਕਰ। ਹਾਂਜੀ, ਉਹ ਫੋਨ ਆ ਗਿਆ ਸੀ ਆਪਣੇ, ਕੋਈ ਗੱਲ ਨਹੀਂ, ਇੱਥੋਂ ਕੰਟੀਨਿਊ ਕਰਦੇ ਹਾਂ। ਹਾਂਜੀ, ਹਾਂ ਠੀਕ ਹੈ। ਇਹ ਵੈਸੇ ਵਿਰਕ ਸਾਹਿਬ, ਇਹ ਜਦੋਂ ਇਹ ਜਿਹੜਾ ਦਿੱਲੀ ਤੋਂ ਸ਼ੁਰੂ ਹੋਣਾ, ਇਹਦਾ ਕੀ ਆਪਣੇ ਕਿਹੜੇ ਕਿਹੜੇ ਸ਼ਹਿਰ ਵਿੱਚੋਂ, ਜੋ ਮੈਂ ਤੁਹਾਡੀ ਇੰਟਰਵਿਊ ਇਹਦੇ ਵਿੱਚ ਜੀ ਤੇ ਰਾਈਟਿੰਗ ਪੜ੍ਹੀ ਸੀ, ਮੇਰੇ ਖਿਆਲ ਕੈਥਲ ਤੋਂ ਹੁੰਦਾ ਫਿਰ ਪਟਿਆਲਾ ਚੋਂ ਇੰਟਰ ਹੋ ਕੇ, ਇੱਦਾਂ ਦਾ ਕੋਈ ਰੂਟ ਆ? 6 ਜ਼ਿਲ੍ਹੇ ਤਾਂ ਹਰਿਆਣੇ ਦੇ ਕਵਰ ਹੁੰਦੇ ਆ ਜੀ। ਇਹ ਤਕਰੀਬਨ ਜਿਹੜਾ ਮੌਜੂਦਾ ਸ਼ੇਰਸ਼ਾਹ ਸੂਰੀ ਮਾਰਗ ਹੈ ਨਾ ਜੀ, ਉਹਦੇ ਲਹਿੰਦੇ ਪਾਸੇ ਨਾਲ ਤੁਰਿਆ ਹੁੰਦਾ ਜੀ। ਅੱਛਾ, ਜਿਹੜਾ ਸਾਡਾ ਮੌਜੂਦਾ ਸ਼ੇਰਸ਼ਾਹ ਸੂਰੀ ਮਾਰਗ ਹੈ, ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਉਹ ਪਹਿਲਾਂ ਸੋਨੀਪਤ, ਫਿਰ ਉਸ ਤੋਂ ਬਾਅਦ ਪਾਣੀਪਤ, ਫਿਰ ਉਸ ਤੋਂ ਬਾਅਦ ਕਰਨਾਲ, ਫਿਰ ਅੰਬਾਲਾ, ਕੁਰੂਕਸ਼ੇਤਰ, ਅੰਬਾਲਾ ਇੱਧਰ ਦੀ, ਔਰ ਇਸ ਤੋਂ ਬਾਅਦ ਫਿਰ ਰਾਜਪੁਰਾ ਔਰ ਸਾਡੇ ਮੇਨ ਸਰਹੰਦ, ਲੁਧਿਆਣਾ ਇੱਧਰ ਦੀ ਆਉਂਦਾ ਹੈ। ਇਹ ਜਿਹੜਾ ਹੈ ਇਹ ਰੂਟ ਇਹਦੇ ਚ ਵਲ ਪੈਂਦਾ ਹੈ, ਪਰ ਜੇ ਅਸੀਂ ਇਹਦੀ ਅਲਾਈਨਮੈਂਟ ਦੇਖਦੇ ਹਾਂ ਤਾਂ ਇਹਦੇ ਲਹਿੰਦੇ ਪਾਸਿਓਂ ਸਿੱਧਾ ਹੀ ਤੁਰਿਆ ਆਉਂਦਾ ਹੈ, ਸਿੱਧਾ ਇਸ ਤਰੀਕੇ ਨਾਲ ਕਿ 6 ਜ਼ਿਲ੍ਹੇ ਤਾਂ ਹਰਿਆਣੇ ਦੇ, ਚਲੋ ਹਰਿਆਣੇ ਦੀ ਤਾਂ ਆਪਾਂ ਗੱਲ ਛੱਡੀਏ, ਉਹਨਾਂ ਨੇ ਆਪਣੇ ਹਿਸਾਬ ਨਾਲ ਸਿਹਤ ਦੇ ਹਿਸਾਬ ਨਾਲ ਲਿਆ। ਐਂਟਰ ਹੁੰਦਾ ਇਹੋ ਫਿਰ ਐਕਸਪ੍ਰੈਸ ਹਾਈਵੇ? ਇਹ ਪੰਜਾਬ ਦੇ ਵਿੱਚ ਐਂਟਰ ਹੁੰਦਾ ਜੀ ਪਟਿਆਲੇ ਜ਼ਿਲ੍ਹੇ ਦੀ ਪਾਤੜਾਂ ਤਹਿਸੀਲ ਦੇ ਵਿੱਚ, ਔਰ ਇਹ ਖਨੌਰੀ ਦੇ ਲਾਗਿਓਂ ਲੰਘ ਕੇ ਫਿਰ ਅੱਗੇ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਦਾਖਲ ਹੋ ਜਾਂਦਾ, ਭਵਾਨੀਗੜ੍ਹ ਤਹਿਸੀਲ 'ਚ। ਫਿਰ ਉਸ ਤੋਂ ਅੱਗੇ ਦਿੜਬਾ ਔਰ ਫਿਰ ਮਲੇਰਕੋਟਲਾ, ਧੂਰੀ, ਅਹਿਮਦਗੜ੍ਹ, ਇੱਥੋਂ ਹੁੰਦਾ ਹੋਇਆ ਫਿਰ ਇਹ ਲੁਧਿਆਣਾ ਵੈਸਟ ਦੇ ਵਿੱਚ ਤਕਰੀਬਨ ਜਿਹੜੀ ਮੁੱਲਾਂਪੁਰ ਦਾਖਾ ਦੇ ਲਾਗੇ ਲੁਧਿਆਣਾ ਮੋਗਾ ਰੋਡ ਨੂੰ ਕ੍ਰਾਸ ਕਰਦਾ। ਹਾਂਜੀ ਹਾਂਜੀ, ਉਸ ਤੋਂ ਬਾਅਦ ਦੇ ਫਿਰ ਅੱਗੇ ਹੰਬੜਾ ਆ ਜਾਂਦਾ, ਹੰਬੜਾ ਤੋਂ ਬਾਅਦ ਦੇ ਵਿੱਚ ਦਰਿਆ ਆ ਜਾਂਦਾ, ਅੱਗੇ ਦਰਿਆ ਦੇ ਫਿਰ ਇਹ ਤਲਵਣ ਦੇ ਲਾਗੇ ਫਲੌਰ ਤਹਿਸੀਲ ਦੇ ਵਿੱਚ, ਜਲੰਧਰ ਦੀ ਫਲੌਰ ਤਹਿਸੀਲ 'ਚ ਦਾਖਲ ਹੋ ਜਾਂਦਾ। ਉਸ ਤੋਂ ਬਾਅਦ ਦੇ ਵਿੱਚ ਇਹ ਜਿੱਥੇ ਆ ਸ਼ੰਕਰ ਸ਼੍ਰੀ ਪਿੰਡ ਬੜੇ ਮਸ਼ਹੂਰ ਹੈ ਜਲੰਧਰ ਦੇ, ਉਹਨਾਂ ਦੇ ਤਾਂ ਜਿਹੜੀ ਜਲੰਧਰ ਨਕੋਦਰ ਰੋਡ ਹੈ ਉਹਨੂੰ ਕੰਗ ਸਾਬੂ ਲਾਗਿਓਂ ਕ੍ਰਾਸ ਕਰੇਗਾ। ਅੱਛਾ, ਕੰਗ ਸਾਬੂ ਤੋਂ ਕ੍ਰਾਸ ਕਰੇਗਾ। ਹਾਂਜੀ, ਉਸ ਤੋਂ ਬਾਅਦ ਦੇ ਵਿੱਚ ਇਹ ਅੱਗੇ ਲੱਲੀਆਂ ਕਲਾਂ ਵਗੈਰਾ ਇਹਨਾਂ ਪਿੰਡਾਂ ਤੋਂ ਹੁੰਦਾ, ਮੰਡ ਦੇ ਲਾਗੇ ਇਹ ਜਲੰਧਰ ਕਪੂਰਥਲਾ ਰੋਡ ਨੂੰ ਕ੍ਰਾਸ ਕਰੇਗਾ। ਔਰ ਉਸ ਤੋਂ ਬਾਅਦ ਦੇ ਵਿੱਚ ਹਮੀਰੇ ਔਰ ਕਰਤਾਰਪੁਰ ਦੇ ਵਿਚਕਾਰ ਜਿਹੜਾ ਹੈ ਇਹ ਜਾਨੀ ਅੰਮ੍ਰਿਤਸਰ, ਜਲੰਧਰ ਅੰਮ੍ਰਿਤਸਰ ਜਿਹੜੀ ਪ੍ਰੈਜ਼ੈਂਟ ਹਾਈਵੇ ਆ ਉਹਨੂੰ ਕ੍ਰਾਸ ਕਰਦਾ।
ਉਦੋਂ ਅੱਛਾ ਗਾਂ ਹਾਂਜੀ ਫਿਰ ਬਿਆਸ ਦਰਿਆ ਪਾਸ ਕ੍ਰਾਸ ਕਰਦਾ ਆ ਭੁਲੱਥ ਹਾਂਜੀ ਤਹਿਸੀਲ ਦੇ ਪਿੰਡ ਇਬਰਾਹਿਮਵਾਲ ਦੇ ਲਾਗੇ, ਔਰ ਪਰਲੇ ਪਾਸੇ ਮਾੜੀ ਬੁੱਚੀਆਂ ਪਿੰਡ ਹੈ ਗੁਰਦਾਸਪੁਰ ਡਿਸਟ੍ਰਿਕਟ ਦਾ। ਤਾਂ ਹਾਂਜੀ ਸ਼੍ਰੀ ਹਰਿਗੋਬਿੰਦਪੁਰ ਦੇ ਨਾਲ ਦੀ ਹੋ ਕੇ ਤਾਂ ਫਿਰ ਇਹਦਾ ਅੱਗੇ ਪਹਿਲਾ ਫੇਜ਼ ਜਿਹੜਾ ਹੈ ਉਹ ਖਤਮ ਹੁੰਦਾ ਹੈ ਗੁਰਦਾਸਪੁਰ ਬਾਈਪਾਸ ਤੇ ਜਾ ਕੇ ਅੱਛਾ ਅੱਛਾ ਪਠਾਨਕੋਟ, ਜਿਹੜੀ ਹਾਈਵੇ ਹਾਂ ਅੰਮ੍ਰਿਤਸਰ ਪਠਾਨਕੋਟ ਹਾਈਵੇ ਆ ਗੁਰਦਾਸਪੁਰ ਬਾਈਪਾਸ ਤੇ। ਉਸ ਤੋਂ ਅੱਗੇ ਇਹ ਜਿਹਦੀ ਲਾਈਨ ਜਿਹੜੀ ਹਾਂਜੀ ਹਾਂਜੀ ਇਹਦੀ ਸਪੀਡ ਫਿਰ ਜਿਹੜੀਆਂ ਗੱਡੀਆਂ ਚੱਲਣਗੀਆਂ ਕਿੰਨੀ ਕੁ ਸਪੀਡ ਹੁੰਦੀ ਮੈਕਸਿਮਮ ਜਿਹੜੀ ਅਲਾਉਡ ਜੋ ਹੁੰਦੀ ਹੈ? ਮਿਨਿਸਟਰੀ ਆਫ ਸਰਫੇਸ ਟਰਾਂਸਪੋਰਟ ਨੇ ਜੋ ਇਹਦੀ ਸਪੈਸੀਫਿਕੇਸ਼ਨ ਪਾਈ ਆ ਉਹਦੇ ਮੁਤਾਬਿਕ ਤੇ 120 ਕਿਲੋਮੀਟਰ ਦੀ ਸਪੀਡ ਜਿਹੜੀ ਸੇਫ ਸਪੀਡ ਹੈ ਉਹ ਉੱਥੋਂ 120 ਤੱਕ ਕਿਲੋਮੀਟਰ ਗੱਡੀਆਂ ਚੱਲ ਸਕਦੀਆਂ। ਮਤਲਬ ਵਿਦਆਊਟ ਐਨੀ ਇੰਟਰਪਸ਼ਨ, ਜਿਵੇਂ ਫੋਰਨ ਵਿੱਚ ਆ ਜਿਹੜੀਆਂ ਰੋਡਸ ਹੁੰਦੀਆਂ। ਜੀ ਜੀ ਜੀ, ਇਹ ਪਹਿਲੇ 4 ਲੇਨ ਜਾਨੀ ਦੋ ਲੇਨ ਦੋਨੋਂ ਪਾਸੇ ਪ੍ਰਪੋਜ਼ ਕੀਤੀਆਂ ਗਈਆਂ, ਬਾਅਦ ਦੇ ਵਿੱਚ ਲੋਡ ਪੈਂਦੇ ਨੂੰ 8 ਲੇਨ ਤੱਕ ਵਧਾਇਆ ਜਾਊਗਾ, ਜਿਹੜੀ ਇਸ ਤਰੀਕੇ ਨਾਲ ਡਿਜ਼ਾਈਨਿੰਗ ਹੈ ਕਰ ਇਹਦੀ। ਸਕਦੇ ਹਾਂਜੀ ਹਾਂਜੀ ਹਾਂਜੀ। ਤੇ ਇਹਦਾ ਫਿਰ ਇਹੋ ਗੁਰਦਾਸਪੁਰ ਤੋਂ ਇਹ ਫਿਰ ਅੱਗੇ ਫਿਰ ਕਟੜਾ ਤਾਈਂ ਅੱਗੇ ਮੂਵ ਕਰੇਗਾ ਫਿਰ? ਹਾਂਜੀ ਹਾਂਜੀ, ਉੱਥੇ ਵੀ ਅੱਗੇ ਅਲਾਈਨਮੈਂਟ ਇਹਦੀ ਬਿਲਕੁਲ ਸਿੱਧੀ ਹੋਏਗੀ। ਉਹ ਪਰ ਅਲਾਈਨਮੈਂਟ ਕਿਉਂਕਿ ਹਾਲੇ ਤੱਕ ਆਊਟ ਨਹੀਂ ਕੀਤੀ ਉਹਨਾਂ ਨੇ, ਜਾਂ ਹੋ ਸਕਦਾ ਉੱਤੇ ਸਰਵੇ ਚੱਲ ਰਿਹਾ ਹੋਣ ਅਜੇ ਤੱਕ, ਕਿਉਂਕਿ ਉਹ ਜਿਹੜੀ ਅੱਗੇ ਟੈਰੇਨ ਹੈ ਜਾਂ ਸਰਫੇਸ ਹੈਗੀ ਆ ਉਹ ਵੀ ਥੋੜੀ ਅਨਈਵਨ ਹੈ। ਤਾਂ ਪਲੇਨ ਹੈ, ਪਲੇਨ ਦੇ ਵਿੱਚ ਆਸਾਨ ਹੁੰਦਾ ਥੋੜਾ ਜਿਹਾ ਕੰਮ, ਔਰ ਜਦੋਂ ਪਹਾੜੀ ਏਰੀਆ ਜਾਂ ਇਸ ਕਿਸਮ ਦਾ ਆ ਜਾਂਦਾ ਤੇ ਫਿਰ ਥੋੜਾ ਮੁਸ਼ਕਲ ਹੋ ਜਾਂਦਾ ਉੱਥੇ, ਤੋਂ ਹਾਂਜੀ ਉਹ ਸ਼ਾਇਦ ਟਾਈਮ ਲੱਗੇ, ਲੇਕਿਨ ਇੱਥੇ ਤੱਕ ਪਹਿਲਾ ਫੇਜ਼ ਹੈ। ਇਹ ਜਿਵੇਂ ਤੁਸੀਂ ਮੇਰੇ ਨਾਲ ਡਿਸਕਸ਼ਨ ਪਹਿਲੇ ਕਰ ਰਹੇ ਸੀ, ਇਹਦੀ ਲੋੜ ਇਸ ਕਰਕੇ ਆ ਵੀ ਜਿਵੇਂ ਟ੍ਰੈਫਿਕ ਘਟੇਗਾ, ਜਿਹੜੀ ਡੀਜ਼ਲ ਕੰਜ਼ੰਪਸ਼ਨ ਆ ਉਹ ਇਸ ਰੂਟ ਤੇ ਜਿਹੜਾ ਸਿੱਧੀ ਘਟੇਗੀ। ਮੇਨ ਕੀ ਮਨਸ਼ਾ ਕੀ ਆ, ਮੇਨ ਮਤਲਬ ਗਵਰਨਮੈਂਟ ਦਾ ਆਈਡੀਆ ਕੀ ਹੈ ਬਣਾਉਣੇ ਪਿੱਛੇ? ਇਹਦੇ ਵਿੱਚ ਜੀ ਇਹ ਮਲਟੀਪਰਪਜ਼ ਕਈ ਸਾਰੇ ਪਰਪਸਸ ਹੱਲ ਕਰਦਾ ਹੈ। ਪਹਿਲੀ ਚੀਜ਼ ਤਾਂ ਜਿਸ ਤਰ੍ਹਾਂ ਤੁਸੀਂ ਟਾਈਮ ਔਰ ਫਿਊਲ ਕੰਜ਼ੰਪਸ਼ਨ ਦੀ ਗੱਲ ਕੀਤੀ, 25% ਦੇ ਕਰੀਬ ਬਚਤ ਹੁੰਦੀ ਹੈ, 15 ਤੋਂ 20% ਟਾਈਮ ਵੀ ਡਿਸਟੈਂਸ। ਤਾਂ ਫਿਊਲ ਦੀ ਵੀ, ਹਾਂ ਹਾਂ ਹਾਂਜੀ ਹਾਂਜੀ ਠੀਕ ਹੈ। ਔਰ ਦੂਸਰੀ ਚੀਜ਼ ਤੁਹਾਨੂੰ ਮੈਂ ਅੱਗੇ ਡਿਸਕਸ਼ਨ ਦੇ ਵਿੱਚ ਦੱਸਿਆ ਸੀ ਕਿ IIM ਕਲਕੱਤਾ ਨੇ ਇੱਕ ਸਟੱਡੀ ਕੀਤੀ ਸੀ ਕੁਝ ਸਾਲ ਪਹਿਲੇ, 5-6 ਸਾਲ ਹੋ ਗਿਆ, ਕਿ ਹਾਂਜੀ ਹਿੰਦੁਸਤਾਨ ਦੇ ਵਿੱਚ ਸੜਕਾਂ ਦੇ ਉੱਤੇ ਜਿਹੜੇ ਟੋਲ ਨਾਕੇ ਪੈਂਦੇ ਆ ਔਰ ਜਿਹੜੇ ਰਸਤੇ ਦੇ ਵਿੱਚ ਸ਼ਹਿਰ ਆਉਂਦੇ ਆ, ਉਹਨਾਂ ਦੀ ਵਜ੍ਹਾ ਕਰਕੇ ਸਾਲ ਦਾ 60-65 ਹਜ਼ਾਰ ਕਰੋੜ ਦਾ ਤੇਲ ਬਣ ਜਾਂਦਾ, ਜਿਹੜਾ ਕਿ ਵੇਸਟ ਹੈ। ਹਾਂਜੀ, 2-2 ਮਿੰਟ ਵੀ ਰੁਕਣਾ ਪਵੇ ਤੇ ਦੇਖੋ ਕਿੰਨਾ ਤੇਲ ਬਣ ਜਾਂਦਾ ਗੱਡੀਆਂ ਦਾ। ਤੋ ਨਾਲੇ ਤੁਹਾਨੂੰ ਮੈਂ ਵੀ ਦੱਸਿਆ ਕਿ ਐਫੀਸ਼ੀਐਂਸੀ ਸਾਡੇ ਮੁਲਕ ਦੇ ਵਿੱਚ ਜਿਹੜੀ ਇਹ ਲੌਜਿਸਟਿਕਸ ਇਹਨੂੰ ਕਹਿੰਦੇ ਆ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਿਹੜੀ ਟਰਾਂਸਪੋਰਟ ਫੈਸਿਲਿਟੀ ਹੈ, ਇਹ ਸਭ ਤੋਂ ਸਸਤਾ ਹੈ। ਕਿ ਸਾਡੇ ਕੋਈ ਤੁਸੀਂ ਕਹਿ ਨਹੀਂ ਸਕਦੇ ਵੀ ਟਰੱਕ ਇੱਥੋਂ ਚੱਲਿਆ ਬੰਬੇ ਕਿੰਨੇ ਦਿਨਾਂ 'ਚ ਪਹੁੰਚੇਗਾ, 2 ਵੀ ਲੱਗਦੇ ਆ, 3 ਵੀ ਲੱਗਦੇ, 4 ਵੀ ਲੱਗ ਸਕਦੇ ਆ, ਹਾਂਜੀ ਸ਼ੋਰਟੀ ਹੈ ਹਾਂਜੀ ਨਹੀਂ। ਤੋ ਜਿਹੜੇ ਡਿਵੈਲਪਡ ਐਡਵਾਂਸ ਕੰਟਰੀਜ਼ ਨੇ ਉੱਥੇ ਮਿੰਟ ਟੂ ਮਿੰਟ ਪਲੈਨਿੰਗ ਹੈ। ਉਹ ਖੈਰ ਸਾਡੀ ਭਾਸ਼ਾ 'ਚ ਉਹਨੂੰ ਜਸਟ ਇਨ ਟਾਈਮ ਇਨਵੈਂਟਰੀ ਸਿਸਟਮ ਕਹਿੰਦੇ, JIT, ਕਿ ਜਾਪਾਨ ਹਾਂਜੀ ਵਗੈਰਾ ਕੰਟਰੀ 'ਚ ਕੋਈ ਚੀਜ਼, ਕੋਈ ਰਾ ਮਟੀਰੀਅਲ ਜਾਂ ਕੋਈ ਇਹੋ ਜਿਹੀ ਚੀਜ਼ ਸਟੋਰ ਨਹੀਂ ਕਰਦਾ। ਉਹਨਾਂ ਨੇ ਟਾਈਮ ਦਿੱਤਾ ਕਿ 10:15 ਤੇ ਗੱਡੀ ਆਉਣੀ ਚਾਹੀਦੀ ਹੈ, ਤਾਂ 10:15 ਤੇ ਗੱਡੀ ਉਹਨਾਂ ਦੇ ਗੇਟ ਤੇ ਹੁੰਦੀ ਹੈ, ਅਗਲੇ 10 ਜਾਂ 15 ਮਿੰਟਾਂ 'ਚ ਖਾਲੀ ਹੋ ਕੇ ਉਹ ਚਲੇ ਜਾਂਦੀ ਹੈ। ਕਿਉਂਕਿ ਟਰਾਂਸਪੋਰਟ ਸਿਸਟਮ ਹੋਵੇ ਅੱਛਾ, ਸੜਕਾਂ ਅੱਛੀਆਂ ਹੋਣ ਤਾਂ ਹੀ ਤੁਸੀਂ ਇਨਸ਼ੋਰ ਕਰ ਸਕਦੇ ਹੋ ਨਾ ਇਹ ਚੀਜ਼ਾਂ, ਅਦਰਵਾਈਜ਼ ਤਾਂ ਸੰਭਵ ਨਹੀਂ ਹੈ। ਹੋਰ ਇਹਦਾ ਫਾਇਦਾ ਇਹ ਹੈ ਕਿ ਇਹਦੇ ਆਲੇ ਦੁਆਲੇ ਕਿਉਂਕਿ ਸਾਰਾ ਨਵਾਂ ਹੋਏਗਾ, ਸਪੀਡ ਤਾਂ ਹੋਏਗੀ। ਦੂਸਰੀ ਚੀਜ਼ ਹੈ ਕਿ ਸਨਅਤ ਦਾ ਵਿਕਾਸ ਵੀ ਨਾਲ ਹੁੰਦਾ, ਇੰਡਸਟਰੀਅਲ ਕੋਰੀਡੋਰ ਚਾਹੀਦੀ ਹੁੰਦੀ ਹੈ ਉੱਥੇ ਸਾਨੂੰ ਇੱਕ ਫਾਸਟ ਸਪੀਡ। ਗੁਡਸ ਕੋਰੀਡੋਰ ਲਈ ਇੱਕ ਮਤਲਬ ਜਿਵੇਂ ਅੰਮ੍ਰਿਤਸਰੋਂ ਜਾਂ ਜਲੰਧਰ ਤੋਂ ਜਾਂ ਲੁਧਿਆਣੇ ਤੋਂ ਜਿਹੜੀਆਂ ਚੀਜ਼ਾਂ ਉਧਰ ਬੰਬੇ ਡਰਾਈ ਏਅਰਪੋਰਟ ਤੇ ਭੇਜਣੀਆਂ, ਬਹੁਤ ਵੱਡੀ ਸਹੂਲਤ ਹੋ ਜਾਏਗੀ। ਮਤਲਬ ਪਿਛਲੇ ਦਿਨਾਂ ਥੋੜੇ ਦਿਨ ਪਹਿਲਾਂ ਨਿਤਿਨ ਗਡਕਰੀ ਜਿਹੜੇ ਸਰਫੇਸ ਟਰਾਂਸਪੋਰਟ ਮਿਨਿਸਟਰ ਹੈ, ਉਹਨਾਂ ਦਾ ਬਿਆਨ ਸੀਗਾ ਕਿ ਅਸੀਂ ਪਹਾੜਾਂ ਤੋਂ ਸਮੁੰਦਰ ਤੱਕ 16 ਘੰਟਿਆਂ 'ਚ ਪਹੁੰਚ ਜਾਵਾਂਗੇ ਜਦੋਂ ਇਹ ਕੰਪਲੀਟ ਹੋ ਜਾਏਗਾ, ਯਾਨੀ ਦਿੱਲੀ ਤੱਕ ਇਹ ਔਰ ਦਿੱਲੀ ਤੋਂ ਬੰਬੇ ਜਿਹੜਾ ਪੋਰਟ ਤੱਕ ਆਈਆਂ। ਉਹ ਅੱਛਾ ਤੁਸੀਂ ਦੇਖ ਲਓ ਕਿ ਇੱਕ ਬਹੁਤ ਵੱਡੀ ਰੈਵੋਲੂਸ਼ਨਰੀ ਚੀਜ਼ ਹੈ, ਜੇਕਰ ਤੁਸੀਂ ਮਤਲਬ ਦੇਸ਼ ਦੇ ਇੱਕ ਸਿਰੇ ਤੋਂ ਲਗਭਗ 2,500 ਕਿਲੋਮੀਟਰ ਤੈਅ ਕਰਕੇ ਸਫ਼ਰ ਜਿਹੜਾ 15-16 ਘੰਟਿਆਂ ਜੇ ਤੁਸੀਂ ਚਲੇ ਜਾਂਦੇ ਹੋ, ਕਿਉਂਕਿ ਘੱਟ ਵੀ ਜਾਏਗਾ ਕਾਫੀ। ਇਸ ਵੇਲੇ ਪ੍ਰੈਜ਼ੈਂਟਲੀ ਬੰਬੇ ਕਰੀਬ ਇੱਥੋਂ 1800 ਕਿਲੋਮੀਟਰ ਪੈਂਦਾ, ਹਾਂਜੀ ਉਹ ਹਾਂਜੀ 400-500 ਤੁਸੀਂ ਹੋਰ ਇਹ ਵੀ ਲਾ ਲਓ, 300-400 ਕਿਲੋਮੀਟਰ, 2100-2200 ਕਿਲੋਮੀਟਰ ਬਣ ਗਿਆ। ਤੋਂ ਘਟਾ ਕੇ ਜੇ 1700-1800 ਟੋਟਲ ਰਹਿ ਜਾਂਦਾ ਔਰ 16 ਘੰਟਿਆਂ 'ਚ ਪਹੁੰਚ ਜਾਂਦੇ ਆ, ਤਾਂ ਇਹ ਬੜੀ ਵੱਡੀ ਪ੍ਰਾਪਤੀ ਹੈ। ਅੱਛਾ, ਇਹ ਇੱਕ ਗੱਲ ਹੋਰ ਕਲੈਰੀਫਾਈ ਕਰਿਓ। ਮੰਨ ਲਓ ਜਿਹੜਾ ਬੰਦਾ ਦਿੱਲੀ ਤੋਂ ਚੱਲੇਗਾ
ਜੀ ਜੀ ਉਹ ਰਸਤੇ ਵਿੱਚ ਨਹੀਂ ਕਿਤੇ ਰੁਕ ਸਕਦਾ, ਸਿੱਧਾ ਕਟੜਾ ਜਾ ਕੇ ਰੁਕੇਗਾ ਜਾਂ ਵਾਈਸ ਵਰਸਾ? ਨਹੀਂ ਜੀ, ਨਹੀਂ ਇਹਦੇ ਵਿੱਚ ਤਕਰੀਬਨ ਜਿਹੜੇ ਗੁਰਦਾਸਪੁਰ ਤੱਕ 18 ਤੋਂ ਲੈ ਕੇ 20 ਐਂਟਰੀ ਐਗਜ਼ਿਟ ਪੁਆਇੰਟਸ ਨੇ। ਅੱਛਾ, ਜਿਹੜੇ ਮੇਨ ਸਿਟੀਜ਼ ਆ ਉਹ ਹੋਏਗਾ ਹੈ? ਮੇਨ ਸਿਟੀ ਨਹੀਂ, ਮਤਲਬ ਇਹਦੇ ਵਿੱਚ ਇਹ ਵੀ ਤਾਂ ਦੇਖਣਾ ਹੁੰਦਾ ਨਾ, ਹਾਈਵੇ ਆ, ਟੋਲ ਹਾਈਵੇ ਹੋਣਾ, ਉਹਨਾਂ ਨੂੰ ਆਮਦਨ ਵੀ ਤਾਂ ਚਾਹੀਦੀ ਹੈ, ਟ੍ਰੈਫਿਕ ਹੋਏਗੀ ਤਾਂ ਆਮਦਨ ਆਏਗੀ ਨਾ। ਹਾਂ ਨੈਚੁਰਲੀ। ਫਿਰ ਉਹਨਾਂ ਨੇ 18 ਦੇ ਕਰੀਬ ਇਨਲੈਟ ਆਊਟਲੈਟ, ਇੱਕ ਤਾਂ ਜਿੱਥੇ ਵੀ ਵੱਡਾ ਇੰਟਰਸੈਕਸ਼ਨ ਆਏਗਾ, ਜਿੱਦਾਂ ਹੁਣ ਮੰਨ ਲਓ ਲੁਧਿਆਣਾ ਮੁੱਲਾਂਪੁਰ ਦਾਖੇ ਲੱਗੇ, ਇਹ ਮੋਗੇ ਨੂੰ ਹਾਈਵੇ ਕ੍ਰਾਸ ਕਰਦਾ, ਕਿਸੇ ਬੰਦੇ ਨੇ ਜਿਹੜਾ ਉਧਰੋਂ ਆ ਰਿਹਾ ਉਹਨੇ ਲੁਧਿਆਣੇ ਜਾਣਾ, ਕਿਸੇ ਨੇ ਮੋਗੇ ਜਾਣਾ, ਤਾਂ ਉਹਨੂੰ ਤੁਸੀਂ ਅੱਗੇ ਥੋੜ੍ਹਾ ਜਾ ਸਕਦੇ ਹੋ, ਉੱਥੇ ਉਹ ਉਤਰ ਕੇ ਉਧਰ ਨੂੰ ਚਲੇ ਜਾਏਗਾ। ਜਿਹਨੇ ਕਿਸੇ ਨੇ ਉਧਰੋਂ ਦਿੱਲੀ ਨੂੰ ਜਾਣਾ ਉਹ ਚੜ ਜਾਏਗਾ। 18 ਐਂਟਰੀ ਐਗਜ਼ਿਟ ਪੁਆਇੰਟਸ ਹੋਣਗੇ, ਹਰ ਜਗ੍ਹਾ ਤੋਂ ਨਹੀਂ ਚੜ ਸਕੇਗਾ, ਜੋ ਪਲਾਨ ਹੈ ਉਹਦੇ ਮੁਤਾਬਿਕ। ਬਾਕੀ ਇਹਨਾਂ ਦੀ ਗਿਣਤੀ ਚ ਬਾਅਦ ਦੇ ਵਿੱਚ ਚੇਂਜ ਵੀ ਹੋ ਜਾਂਦੀ। ਉਹਦਾ ਜਿਹੜਾ ਐਂਟਰੀ ਐਗਜ਼ਿਟ ਪੁਆਇੰਟ ਦੀ ਡਿਵਰਸ਼ਨ ਰੋਡ ਬਣਾ ਦਿੰਦੇ ਹੈਗੇ ਤਾਂ ਕਿ ਉਹਦੀ ਟ੍ਰੈਫਿਕ ਮੇਨ ਦੀ ਕੋਈ ਜਿਹੜੀ ਹਿੰਡਰੈਂਸ ਨਾ ਹੋਵੇ। ਉਹਨੂੰ ਰਾਈਟ ਆਫ ਵੇ ਕਹਿੰਦੇ ਆ ਜੀ, ਮਤਲਬ ਜਿੱਥੋਂ ਚੜਨ ਦਾ ਜਾਂ ਉਤਰਨ ਦਾ ਅਧਿਕਾਰ ਹੈ, ਉੱਥੋਂ ਆਮ ਤੌਰ ਦੇ ਉੱਤੇ ਜੇ ਅੱਜ ਕੱਲ੍ਹ ਨਵੇਂ ਇਸ ਕਿਸਮ ਦੇ ਐਕਸਪ੍ਰੈਸਵੇਜ਼ ਬਣ ਰਿਹਾ, ਉੱਥੇ ਟੋਲ ਵੀ ਉੱਥੇ ਪਰਚੀ ਕੱਟ ਕੇ ਦਿੰਦੇ ਆ ਕਿ ਤੁਸੀਂ ਉੱਥੋਂ ਚੜੇ, ਉੱਥੇ ਤੁਹਾਡੀ ਸਕੈਨਿੰਗ ਹੋ ਗਈ ਕਿ ਤੁਸੀਂ ਇੱਥੋਂ ਚੜੇ। ਹੁਣ ਕੀ ਹੈ ਕਿ ਮੰਨ ਲਓ ਅਸੀਂ ਸਤਲੁਜ ਵਾਲਾ ਪੁਲ ਕ੍ਰਾਸ ਕਰਦੇ ਹਾਂ, ਭਾਵੇਂ ਫਲੌਰ ਤੋਂ ਅਸੀਂ 2 ਕਿਲੋਮੀਟਰ ਅਗਲੇ ਪਾਸੇ ਜਾਣਾ, ਟੋਲ ਸਾਨੂੰ ਪੂਰਾ ਦੇਣਾ ਪੈਂਦਾ। ਟੋਲ ਪੂਰਾ ਦੇਣਾ ਪੈਂਦਾ, ਹਾਂਜੀ। ਉਹਦੇ ਵਿੱਚ ਜਿੰਨਾ ਤੁਸੀਂ ਚੂਜ਼ ਕੀਤਾ ਉਨਾ ਹੋਏਗਾ। ਹਾਂ ਬਿਲਕੁਲ, ਜਿਸ ਐਂਟਰੀ ਪੁਆਇੰਟ ਤੋਂ ਤੁਸੀਂ ਚੜੇ ਉੱਥੋਂ ਲੈ ਕੇ ਜਿਸ ਪੁਆਇੰਟ ਤੇ ਤੁਸੀਂ ਐਗਜ਼ਿਟ ਕੀਤੇ, ਉੱਥੇ ਤੁਹਾਡੀ ਪਰਚੀ ਦੇਖ ਕੇ ਜਿੰਨੇ ਪੈਸੇ ਬਣਦੇ ਉਹਨੇ ਲੈਣਗੇ ਤੁਹਾਡੇ। ਅੱਛਾ, ਇੱਕ ਦੋ ਗੱਲਾਂ ਅਖੀਰ ਵਿੱਚ ਹੋਰ ਦੱਸਿਓ। ਆ ਹੁਣ ਮਤਲਬ ਪੋਪੂਲੇਸ਼ਨ ਤਾਂ ਸਾਡੀ ਪਹਿਲਾਂ ਹੀ ਵੱਧ ਰਹੀ ਹੈਗੀ ਆ, ਤੇ ਦੂਸਰਾ ਕਾਰਾਂ ਇੰਨੀਆਂ ਮੈਨੂਫੈਕਚਰ ਹੋ ਰਹੀਆਂ, ਤਾਂ ਹੁਣ ਕੋਵਿਡ ਕਰਕੇ ਥੋੜਾ ਜਿਹਾ ਰਿਸੈਸ਼ਨ ਆ, ਚਲੋ ਹੋਪ ਕਰਦੇ ਸਾਰਾ ਠੀਕ ਠਾਕ ਹੋ ਜਾਵੇ। ਤੇ ਸੜਕਾਂ ਸਾਡੀਆਂ ਇੰਨੀਆਂ ਹੀ ਨਹੀਂ, ਮਤਲਬ ਜਲੰਧਰ, ਅੰਮ੍ਰਿਤਸਰ, ਲੁਧਿਆਣੇ ਦਾ ਤਾਂ ਬਾਹਲਾ ਹੀ ਬੁਰਾ ਹਾਲ ਆ। ਮਤਲਬ ਜਿਹੜੀਆਂ ਐਗਜ਼ਿਸਟਿੰਗ ਰੋਡ ਆ ਉਹਦੇ ਤੇ ਤਾਂ ਮਤਲਬ ਸਾਈਕਲ ਚਲਾਉਣੇ ਦੀ ਜਗ੍ਹਾ ਨਹੀਂ। ਇਹ ਮੈਨੇਜ ਕਿਵੇਂ ਹੋਏਗਾ? ਜਿਹੜੇ ਐਗਜ਼ਿਸਟਿੰਗ ਹਾਈਵੇ ਉਹ ਕਿਉਂ ਨਹੀਂ ਸਰਕਾਰ ਇਹ ਵਾਈਡਨ ਕਰਦੀ? ਐਕਚੁਅਲੀ ਦੇਖੋ, ਪਹਿਲੇ ਜਿਹੜਾ ਪ੍ਰੋਗਰਾਮ ਸ਼ੁਰੂ ਹੋਇਆ ਸੀਗਾ ਉਹ ਮੌਜੂਦਾ ਹਾਈਵੇਜ਼ ਨੂੰ 4 ਲੇਨ 6 ਲੇਨ ਕਰਨ ਦਾ ਹੋਇਆ ਸੀ। ਔਰ ਉਹਦੇ ਵਿੱਚ ਇੱਕ ਤਾਂ ਦੇਖੋ ਇਹ ਸਮੱਸਿਆ ਸਭ ਤੋਂ ਵੱਡੀ ਆਉਂਦੀ ਹੈ ਕਿ ਜਿੰਨੇ ਦਰਖਤ ਲੱਗੇ ਹੁੰਦੇ ਦੋਨੋਂ ਪਾਸੇ, ਤੁਸੀਂ ਦੇਖਿਆ ਹੋਣਾ ਕਿਸ ਤਰੀਕੇ ਨਾਲ ਬੇਰਹਿਮੀ ਨਾਲ ਸਭ ਦਰਖਤ ਦੋਨੋਂ ਪਾਸਿਆਂ ਤੋਂ ਕੱਟੇ ਜਾਂਦੇ ਆ, ਸਪੇਸ ਬਣਾਉਣ ਦੇ ਚੱਕਰ ਦੇ ਵਿੱਚ। ਦੂਜੀ ਚੀਜ਼, ਉਹਨਾਂ ਦੀ ਅਲਾਈਨਮੈਂਟ ਜਿਹੜੀ ਆ ਹਰੇਕ ਦੀ ਸ਼ਹਿਰਾਂ ਦੇ ਵਿੱਚ ਦੀ ਹੋ ਕੇ ਲੰਘਦੀ ਆ, ਔਰ ਸ਼ਹਿਰ ਦੇ ਬਾਹਰ ਸਾਨੂੰ ਬਾਈਪਾਸ ਬਣਾਉਣਾ ਪੈਂਦਾ। ਹੁਣ ਤੁਸੀਂ ਦੇਖ ਲਓ, ਜਿਹੜਾ ਫਗਵਾੜੇ ਤੋਂ ਚੰਡੀਗੜ੍ਹ ਜਦੋਂ ਆਪਾਂ ਜਾਂਦੇ ਆ ਤਾਂ ਨਵਾਂ ਸ਼ਹਿਰ ਬਾਈਪਾਸ ਬਣਾਉਣਾ ਪੈ ਗਿਆ, ਰੋਪੜ ਦਾ ਉਹਦਾ ਕੁਰਾਲੀ ਦਾ ਬਾਈਪਾਸ ਬਣਾਉਣਾ ਪੈ ਗਿਆ, ਰੋਪੜ ਦਾ ਬਾਈਪਾਸ ਬਣਾਉਣਾ ਪੈ ਗਿਆ। ਤੋ ਗੱਲ ਫੇਰ ਨਹੀਂ ਬਣਦੀ, ਸਿੱਧੇ ਫੇਰ ਨਹੀਂ ਹੈਗੇ ਉਹ, ਫੇਰ ਵੀ ਵਲਵਿੰਗ ਬਹੁਤ ਦੇ ਵਿੱਚ। ਤੋ ਇਸੇ ਵਜ੍ਹਾ ਕਰਕੇ ਛੋਟੀ ਟ੍ਰੈਫਿਕ ਲਈ, ਮਤਲਬ ਜਿਨ੍ਹਾਂ ਨੇ ਸ਼ਹਿਰਾਂ ਵਿੱਚ ਜਾਣਾ ਉਹਨਾਂ ਲਈ ਹਾਈਵੇ ਸੁਟੇਬਲ ਆ। ਬਿਲਕੁਲ, ਜਿਨ੍ਹਾਂ ਨੇ ਡੈਸਟੀਨੇਸ਼ਨ, ਇਹਨਾਂ ਦਾ ਪਰਪਸ ਡੈਸਟੀਨੇਸ਼ਨ ਟੂ ਡੈਸਟੀਨੇਸ਼ਨ ਹੈ, ਯਾਨੀ ਇਹ ਕੋਰੀਡੋਰਸ ਹੁੰਦੀਆਂ। ਹੁਣ ਮੰਨ ਲਓ ਕਿਸੇ ਨੇ ਦਿੱਲੀ ਤੋਂ ਅੰਮ੍ਰਿਤਸਰ ਆਉਣਾ, ਠੀਕ ਹੈ ਜੀ, ਉਹ ਕਿਉਂ ਪਾਣੀਪਤ ਜ਼ਬਰਦਸਤੀ ਉਹਨੂੰ ਪਾਣੀਪਤ ਕਰਨਾਲ ਵਿੱਚ ਦੀ ਲੰਘਾਇਆ ਜਾਂਦਾ, ਜਦ ਕਿ ਲੋੜ ਨਹੀਂ ਹੈ। ਜੇ ਪਾਸੇ ਦੀ ਉਹਦੇ ਕੋਲ ਆਪਸ਼ਨ ਹੋਵੇ ਤਾਂ ਟਾਈਮ ਬਚ ਸਕਦਾ ਉਹਦਾ, ਠੀਕ ਹੈ ਨਾ। ਜੇ ਕਿਸੇ ਨੇ ਜਾਣਾ ਤਾਂ ਅੱਗੇ ਲਿੰਕਸ ਮਿਲ ਜਾਂਦੇ ਆ, ਉੱਥੇ ਜਾ ਸਕਦਾ, ਪਹੁੰਚ ਸਕਦਾ ਉਹ ਕਰਕੇ ਇੱਕ ਤਰ੍ਹਾਂ ਦੀਆਂ ਕੋਰੀਡੋਰਸ ਨੇ ਜਿਹੜੀਆਂ ਫਾਸਟਰ ਮੂਵਮੈਂਟ ਨੂੰ ਇਨਸ਼ੋਰ ਕਰਦੀਆਂ, ਗੁੱਡਸ ਦੀ, ਵਾਹੀਕਲਸ ਦੀ, ਅਦਰਵਾਈਜ਼ ਆਲਸੋ ਸਾਰੀਆਂ ਚੀਜ਼ਾਂ ਦੀ। ਇੱਕ ਲਾਸਟ ਗੱਲ, ਆਪਣੇ ਵਿਰਕ ਸਾਹਿਬ, ਸਾਡੇ ਇੱਥੇ ਜਿਹੜੇ ਬਾਹਰ ਤਾਂ ਬੜੇ ਲੋਕੀ ਸੇਫਟੀ ਕੌਨਸ਼ੀਅਸ ਆ, ਉਹਨਾਂ ਦਾ ਸਿਸਟਮ ਇੱਦਾਂ ਦਾ ਪ੍ਰੋਪਰ ਲਾਇਸੈਂਸ ਤੋਂ ਬਾਅਦ ਫਿਰ ਇੱਦਾਂ ਦੀ ਮੇਨ ਹਾਈਵੇ ਤੇ ਚੜ੍ਹਦਾ। ਸਾਡੇ ਤਾਂ ਐਰਾ ਗੈਰਾ ਨੱਥੂ ਖੈਰਾ ਜਿਹੜਾ ਮਰਜ਼ੀ ਕਾਰ ਭਜਾਉਣ ਲੱਗ ਪੈਂਦਾ। ਇਹਦਾ ਕਿਤੇ ਸੇਫਟੀ ਕੰਸਰਨ ਕੀ ਹੈਗੇ ਆ? ਕਿਹੜਾ ਗੱਡੀ ਲੈ ਕੇ ਜਾਏਗਾ, ਕਿਹੜਾ ਨਹੀਂ ਹੈਗਾ? ਇੱਦਾਂ ਨਾ ਹੋਵੇ ਕੋਈ ਸੀਵੀਅਰ ਐਕਸੀਡੈਂਟ ਹੋ ਜਾਣ। ਦੇਖੋ, ਸੇਫਟੀ ਮੇਜਰਸ ਅੱਜ ਕੱਲ੍ਹ ਜਿਹੜੇ ਐਕਸਪ੍ਰੈਸਵੇਜ਼ ਬਣ ਰਹੇ ਉਹਨਾਂ ਦੇ ਉੱਤੇ ਕਾਫੀ ਆ। ਜਿਸ ਤਰ੍ਹਾਂ ਜੇ ਸਰਕਾਰ ਜਾਂ ਸਰਕਾਰਾਂ ਦੀ ਇੱਛਾ ਸ਼ਕਤੀ ਹੋਵੇ, ਜਿੱਦਾਂ ਹੁਣ ਤਾਜ ਐਕਸਪ੍ਰੈਸਵੇ ਆ, ਅਗਰ ਤੁਹਾਡੀ ਗੱਡੀ ਸਪੀਡ ਲਿਮਿਟ ਤੋਂ ਉੱਪਰ ਹੈ ਜਾਂ ਤੁਸੀਂ ਲੇਨ ਕਟਿੰਗ ਕਰਦੇ ਹੋ, ਇੱਕ ਲੇਨ ਚੋਂ ਦੂਜੀ ਜਾਂਦੇ ਹੋ, ਦੂਜੀ ਚੋਂ ਤੀਜੀ ਜਾਂਦੇ ਹੋ, ਕੈਮਰਾਜ਼ ਲੱਗੇ ਹੋਏ ਆ, ਅਗਲੇ ਨਾਕੇ ਤੇ ਉਹਨਾਂ ਤੁਹਾਨੂੰ ਫੜ ਲੈਣਾ ਔਰ ਉੱਥੇ ਤੁਹਾਡਾ ਚਲਾਨ ਹੋ ਜਾਏਗਾ।
ਠੀਕ ਹੈ। ਹਾਂਜੀ ਉੱਥੇ ਤੁਹਾਨੂੰ ਉਹ ਕਿਉਂਕਿ ਇਹ ਬਹੁਤ ਹਾਈਟੈਕ ਐਕਸਪ੍ਰੈਸਵੇਜ਼ ਨੇ, ਜਾਨੀ ਹਾਂ ਹਾਈ ਇਹਨਾਂ ਦੇ ਟੈਕ ਐਕਸਪ੍ਰੈਸ, ਹਾਂ ਸਾਡੀ ਇਹਦੇ ਪੂਰਾ ਰੂਟ ਹਾਂ ਹੈਗਾ। ਬਿਲਕੁਲ ਬਿਲਕੁਲ। ਤੋਂ ਉਹ ਤਾਂ ਸਰਕਾਰਾਂ ਨੇ ਇਹ ਨਾ ਚੀਜ਼ਾਂ ਤੁਸੀਂ ਜ਼ਿਆਦਾ ਤੇ ਜਾ ਸਕਦੇ ਹੋ। ਜੀ ਜੀ ਹਾਂਜੀ ਹਾਂਜੀ, ਚਲੋ ਬਹੁਤ ਸੋਹਣਾ। ਅੱਛਾ, ਅਖੀਰ ਵਿੱਚ ਇੱਕ ਜਿਹੜੇ ਪੰਜਾਬੀਆਂ ਨੂੰ ਕਹੋ ਵੀ ਲਾਅ ਅਵਾਈਡਿੰਗ ਤਰੀਕੇ ਨਾਲ ਹੋ ਕੇ ਜਿਹੜਾ ਟ੍ਰੈਫਿਕ ਚਲਾਉਣ, ਏਦਾਂ ਦਾ ਕੋਈ ਜਾਂਦੇ ਸੁਨੇਹਾ ਜ਼ਰੂਰ ਦਿਓ। ਉਹ ਤਾਂ ਭਾਰਤ ਸਾਹਿਬ ਵੇਖੋ, ਸੇਫਟੀ ਸੇਵ ਹਰ ਜਗ੍ਹਾ ਤੇ ਸੜਕਾਂ ਦੇ ਉੱਤੇ ਨਾਰੇ ਲਿਖੇ ਹੋਏ ਆ, ਤੁਹਾਨੂੰ ਕੋ ਘਰ ਉਡੀਕ ਰਿਹਾ ਆ, ਹੌਲੀ ਚਲਾਓ, ਸ਼ਰਾਬ ਪੀ ਕੇ ਗੱਡੀ ਨਾ ਚਲਾਓ, ਜਾਂ ਇਸ ਤਰੀਕੇ ਦੇ ਹਰ ਜਗ੍ਹਾ ਲਿਖੇ ਹੋਏ ਆ। ਉਹ ਤਾਂ ਹੁਣ ਸਰਕਾਰ ਤਾਂ ਕਹਿ ਹੀ ਸਕਦੀ ਹੈ, ਸਮਝਾ ਸਕਦੀ ਹੈ, ਬਾਕੀ ਲੋਕਾਂ ਨੇ ਫੋਲੋ ਕਰਨਾ ਆ। ਔਰ ਜਿਸ ਤਰ੍ਹਾਂ ਹੁਣ ਤੁਸੀਂ ਆ COVID-19 'ਚ ਦੇਖ ਲਿਆ ਕਿ ਜੇ ਕੋਈ ਇਹੋ ਜਿਹੀ ਚੀਜ਼ ਹੋਵੇ ਤਾਂ ਲੋਕ ਫੋਲੋ ਡਰ ਦੇ ਮਾਰੇ ਕਰਦੇ ਵੀ ਹੈਗੇ ਆ, ਕਰਨਾ ਪੈਂਦਾ ਵੀ ਆ ਉਸ ਤਰੀਕੇ ਨਾਲ। ਤੋਂ ਜੇ ਫੋਲੋ ਕਰਨ ਤੇ ਜ਼ਿਆਦਾ ਬਿਹਤਰ ਚੀਜ਼ ਹੈ, ਸੇਫਟੀ ਲੋਕਾਂ ਦੀ ਵੀ ਔਰ ਸਾਰਿਆਂ ਦੀ ਇਹਦੇ ਵਿੱਚ ਬਹੁਤ ਅੱਛੀ ਚੀਜ਼ ਹੈ। ਔਰ ਬਾਕੀ ਜਿਹੜੀ ਹੈ ਕਿ ਮਤਲਬ ਇਹ ਸਾਰੇ ਖਿੱਤੇ ਨੂੰ, ਪੰਜਾਬ ਨੂੰ ਔਰ ਜਿਹੜਾ ਬਾਕੀ ਇਹ ਸਾਰਾ ਰੀਜਨ ਹੈ, ਇਹਦੇ ਤੋਂ ਕਾਫੀ ਅੱਛੇ ਆਰਥਿਕ ਲਾਭ ਹੋਣ ਦੀ ਉਮੀਦ ਹੈ, ਔਰ ਛੇਤੀ ਤੋਂ ਛੇਤੀ ਬਣਨਾ ਚਾਹੀਦਾ। ਆਸ ਕਰਦੇ ਹਾਂ ਪੰਜਾਬ ਤਰੱਕੀ ਕਰੇ, ਇਸ ਐਕਸਪ੍ਰੈਸ ਹਾਈਵੇ ਬਣਨਾ ਹੈ। ਵਿਰਕ ਸਾਹਿਬ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ, ਥੈਂਕ ਯੂ ਵੈਰੀ ਮਚ, ਥੈਂਕ ਯੂ। ਵੈਲਕਮ। ਥੈਂਕ ਯੂ।